सत श्री अकाल दोस्तों, तुम देख रहे हो पंजाब हैरीटेज ते मैं आ सुखविंदर शेरगिल। पंजाब हमेशा ही एक सरहदी सूबा रहा जिस दे विच बहुत सारे हमलावर लगातार वख-वख समय ते आउंदे रहे ते पंजाबियों ने सीने ताण के उन्हां दा मुकाबला करिया। पर पिछले कुछ दहाकियां तो एक जिहड़ा खतरनाक रुझान देखने को मिल रहा वो है गैंग वॉर, नशा ते गैंग वॉर, जिहड़ा कि हुण मौजूदा समय दे विच हद्दां सरहदां टप के कैनेडा तक पहुँच गया। पिछले दिनां दे विच कैनेडा दे विच लगातार अजिहियां घटनावां सामने आईयां जिथे बहुत सारे पंजाबियों का नाम आया। लगातार जिहड़ी कैनेडा की पुलिस है वो बहुत सारियां जिहड़ियां सूचियां जारी करदी सी जिस दे विच वड्डे वड्डे गैंगस्टरां दे नाम जिहड़े सामने आउंदे ने वो पंजाब नाल संबंधित सी। ते उस तो पहलां दी गल कीती जावे तां पंजाब दे विच भी ਜਿਹੜੇ ਵੱਡੇ ਵੱਡੇ ਗੈਂਗਸਟਰਾਂ ਦਾ ਨਾਮ ਸਾਹਮਣੇ ਆਉਂਦਾ। ਬਹੁਤ ਸਾਰੇ ਜਿਹੜੇ ਇਨਕਾਊਂਟਰ ਹੁੰਦੇ ਆ, ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠਦੇ ਆ ਤੇ ਕਿਸ ਤਰ੍ਹਾਂ ਇਹ ਗੈਂਗਸਟਰ ਪੈਦਾ ਹੁੰਦੇ ਆ ਤੇ ਕਿਸ ਤਰ੍ਹਾਂ ਰਾਜਨੀਤੀ ਇਸ ਦੇ ਵਿੱਚ ਮਿਲੀ ਹੁੰਦੀ ਹੈ ਤੇ ਸਮਾਜ ਦੀ ਕੀ ਭੂਮਿਕਾ ਹੈ। ਇਸ ਸਾਰੇ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਜਿਹੜੇ ਅੱਜ ਖਾਸ ਮਹਿਮਾਨ ਰਹਿਣਗੇ ਉਹ ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ ਰਹਿਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਦਿੰਦੇ ਹਾਂ। ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। संधू साहब, पहला सवाल यही है कि लगातार जिहड़ा पंजाब ते पंजाबियों नूं एक बहादुर कौम मन्निया जांदा सी, पर अज एक नवां रुझान है जिहड़ा देखण नूं मिल रहा पिछले कुछ दहाकिਆਂ तो कि पंजाबी जिहड़ी नौजवानी है वो गैंगस्टर ਵੱਲ जा रही है। किवें देखदे हो इस चीज़ नूं? पंजाब शुरू तो असीं जाणदे हां कि जिवें तुसीं किहा बहादुर कौम मन्नी जांदी है जी। देश ਦੇ ਵਿੱਚ ਕੋਈ ਵੀ ਮੂਵਮੈਂਟ ਹੋਵੇ, ਭਾਵੇਂ ਉਹ ਰਾਜਨੀਤਿਕ ਹੋਵੇ, ਸਮਾਜਿਕ ਹੋਵੇ, ਉਸ ਦੇ ਵਿੱਚ ਪੰਜਾਬੀ ਹਮੇਸ਼ਾ ਹੀ ਮੋਹਰੀ ਰਹੇ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਰਹੱਦੀ ਸੂਬਾ ਜਿਵੇਂ ਤੁਸੀਂ ਭੂਮਿਕਾ ਦੇ ਵਿੱਚ ਕਿਹਾ, ਇਸ ਕਰਕੇ ਲਗਾਤਾਰ ਸਦੀਆਂ ਤੋਂ ਤਕਰੀਬਨ 5-6 ਹਜ਼ਾਰ ਸਾਲ ਤੋਂ ਲਗਾਤਾਰ ਜਿਹੜੇ ਵੀ ਜ਼ਮੀਨੀ ਰਸਤੇ ਤੋਂ ਹਮਲਾਵਰ ਆਉਂਦੇ ਰਹੇ ਆ ਉਹਨਾਂ ਦਾ ਪੰਜਾਬ ਨੇ ਮੁਕਾਬਲਾ ਕੀਤਾ ਹੈ। ਇਸ ਕਰਕੇ ਪੰਜਾਬੀਆਂ ਦੇ ਖੂਨ ਦੇ ਵਿੱਚ ਸੰਘਰਸ਼ ਕਰਨਾ, ਲੜਾਈ ਨੂੰ ਆੜੇ ਹੱਥੀਂ ਲੈਣਾ, ਮੂਹਰੇ ਹੋ ਕੇ ਮੁਸ਼ਕਲ ਜਾਂ ਸਮੱਸਿਆ ਨੂੰ ਫੜਨਾ ਤੇ ਲੜਨਾ, ਇਹ ਇਹਨਾਂ ਦਾ ਖਾਸਾ ਹੈ, ਇਹਨਾਂ ਦੇ ਜੀਨਸ ਦੇ ਵਿੱਚ ਪਈ ਹੋਈ ਗੱਲ ਹੈ। ਇਸ ਤੋਂ ਅੱਗੇ ਜੇ ਚੱਲੀਏ ਅਸੀਂ ਦੇਸ਼ ਦੀ ਲੜਾਈ ਦੀ ਆਧੁਨਿਕ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਗੱਲ ਕਰੀਏ, ਉਸ ਦੇ ਵਿੱਚ ਅਸੀਂ ਜਾਣਦੇ ਹਾਂ ਕਿ 80% ਤੋਂ ਵੱਧ ਪੰਜਾਬੀਆਂ ਦੀਆਂ ਕੁਰਬਾਨੀਆਂ ਹੈ। ਉਸ ਦੇ ਪਿੱਛੇ ਵੀ ਕਿਤੇ ਨਾ ਕਿਤੇ ਇਹੀ ਗੱਲ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬੀਆਂ ਦੇ ਵਿੱਚ ਇੱਕ ਇਸ ਕਿਸਮ ਦੀ ਖਾਸੀਅਤ ਹੈ ਕਿ ਉਹ ਹਰ ਗੱਲ ਨੂੰ ਅੱਗਿਓਂ ਲੈਂਦੇ ਹੈ। ਜੇ ਅੱਜ ਦੀ ਅਸੀਂ ਵਰਤਮਾਨ ਦੀ ਗੱਲ ਕਰੀਏ ਤਾਂ ਕਿਸਾਨੀ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਜਿੰਨੀ ਵੀ ਰਾਸ਼ਟਰੀ ਲੈਵਲ 'ਤੇ ਲਹਿਰ ਉੱਠੀ ਹੋਈ ਹੈ ਉਸ ਦੇ ਵਿੱਚ ਵੀ ਪੰਜਾਬੀ ਮੋਹਰੀ ਹੈ। ਪਰ ਅਨਫਾਰਚੂਨੇਟਲੀ ਹੋਇਆ ਇਹ ਹੈ ਕਿ ਪੰਜਾਬ ਦੀ ਜ਼ਬਾਨੀ ਜਾਂ ਪੰਜਾਬ ਦੇ ਸੱਭਿਆਚਾਰ ਤੇ ਧੱਬਾ ਲੱਗਣ ਵਾਲੀ ਗੱਲ ਇੱਕ ਇਹ ਹੋ ਰਹੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚੋਂ ਇਹ ਨਾਮ ਆ ਰਿਹਾ ਕਿ ਪੰਜਾਬ ਦੇ ਵਿੱਚ ਗੈਂਗ ਪਣਪਣ ਲੱਗੇ ਹੈ। ਪੰਜਾਬ ਦੇ ਨੌਜਵਾਨ ਮੁੰਡੇ ਉਧਰ ਨੂੰ ਆਕਰਸ਼ਿਤ ਹੋਣ ਲੱਗੇ ਹੈ। ਲਗਾਤਾਰ ਕਦੇ ਪੰਜਾਬ ਦੇ ਵਿੱਚ ਕਦੇ ਪੰਜਾਬ ਤੋਂ ਬਾਹਰ ਕਿਤੇ ਨਾ ਕਿਤੇ ਸਾਨੂੰ ਖਬਰਾਂ ਸੁਣਨ ਨੂੰ ਮਿਲਦੀਆਂ ਕਿ ਉਹ ਆਪਸੀ ਖਹਿਬਾਜ਼ੀ ਦੇ ਵਿੱਚ ਜਾਂ ਗੁੱਟਬਾਜ਼ੀ ਦੇ ਵਿੱਚ ਜਾਂ ਪੁਲਿਸ ਮੁਕਾਬਲੇ ਦੇ ਵਿੱਚ ਮੁੰਡੇ ਮਾਰੇ ਜਾਂਦੇ ਤੇ ਕਿਹਾ ਜਾਂਦਾ ਕਿ ਇਹ ਫਲਾਂ ਫਲਾਂ ਗੈਂਗ ਨਾਲ ਸੰਬੰਧਿਤ ਸੀ, ਜਿਹੜਾ ਬਹੁਤ ਹੀ ਮਾੜਾ ਪੱਖ ਹੈ। ਇਸ ਬਾਰੇ ਮਤਲਬ ਬਹੁਤ ਜ਼ਿਆਦਾ ਸਾਨੂੰ ਖੁੱਲ੍ਹ ਕੇ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਇਸ ਦੀ ਬੈਕਗਰਾਊਂਡ ਨੂੰ, ਅਸੀਂ ਇਸ ਦੀਆਂ ਤੰਦਾਂ ਕਿੱਥੇ ਕਿੱਥੇ ਜੁੜੀਆਂ, ਕਿਵੇਂ ਜੁੜੀਆਂ, ਉਹਨਾਂ ਸਾਰੀਆਂ ਨੂੰ ਸਮਝ ਸਕੀਏ ਤੇ ਪਹਿਚਾਣ ਸਕੀਏ। ਸੰਧੂ ਸਾਹਿਬ, ਇੱਕ ਚੀਜ਼ ਹਮੇਸ਼ਾ ਕਿਹਾ ਜਾਂਦਾ ਹੈ ਕਿ ਜਿਹੜੇ ਗੈਂਗਸਟਰ ਹੈ ਉਹ ਸਿਆਸੀ ਪਾਰਟੀਆਂ ਪੈਦਾ ਕਰਦੀਆਂ ਨੇ। ਇਹ ਲਗਾਤਾਰ ਇਹ ਆਵਾਜ਼ ਉਠਾਈ ਜਾਂਦੀ ਹੈ, ਸਾਡੀਆਂ ਫਿਲਮਾਂ ਦੇ ਵਿੱਚ ਵੀ ਇਹ ਦਿਖਾਇਆ ਜਾਂਦਾ, ਗੀਤਾਂ ਦੇ ਵਿੱਚ ਵੀ ਉਠਾਇਆ ਜਾਂਦਾ। ਕਿੰਨੀ ਕੁ ਭੂਮਿਕਾ ਮੰਨਦੇ ਹੋ ਕਿ ਸਿਆਸਤ ਹੀ ਗੈਂਗਸਟਰ ਜਿਹੜੀ ਪੈਦਾ ਕਰਦੀ ਹੈ? ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ? ਸਿਆਸਤ ਦੇ ਵਿੱਚ ਹੌਲੀ ਹੌਲੀ ਜਿਹੜਾ ਕ੍ਰਾਈਮ ਹੈ ਜਾਂ ਜ਼ੁਲਮ ਹੈ ਉਹ ਸ਼ਾਮਲ ਹੋਣ ਲੱਗ ਗਿਆ। ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਿਆਸਤ ਹੈ ਇਹ ਤਾਕਤ ਨਾਲ ਜੁੜੀ ਹੋਈ ਚੀਜ਼ ਹੈ ਤੇ ਤਾਕਤ ਦੋ ਕਿਸਮ ਦੀ ਹੁੰਦੀ ਹੈ। ਇੱਕ ਨੂੰ ਅਸੀਂ ਮਸਲ ਪਾਵਰ ਕਹਿੰਦੇ ਹਾਂ, ਦੂਸਰੇ ਨੂੰ ਮਨੀ ਪਾਵਰ। ਮਨੀ ਪਾਵਰ ਬਿਜ਼ਨਸ ਦੇ ਵਿੱਚੋਂ ਵੀ ਆ ਜਾਂਦੀ ਹੈ, ਪਰ ਜਿਹੜੀ ਮਸਲ ਪਾਵਰ ਹੈ ਇਸ ਨੂੰ ਸਮਾਜ ਦੇ ਵਿੱਚੋਂ, ਸਮਾਜ ਦੇ ਜਿਹੜੇ ਤਕੜੇ ਬੰਦੇ ਹੈ, ਸਮਾਜ ਦੇ ਵਿੱਚ ਦਬਦਬਾ ਰੱਖਣ ਵਾਲੇ ਵਿਅਕਤੀ ਹੈ, ਉਹਨਾਂ ਤੋਂ ਹਾਸਲ ਕੀਤਾ ਜਾਂਦਾ ਹੈ। ਜੇ ਸਿੱਧੇ ਤੌਰ 'ਤੇ ਕਿਹਾ ਜਾਵੇ ਕਿ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਵਿਅਕਤੀ ਗੈਂਗਸਟਰ ਪੈਦਾ ਕਰਦੇ ਹੈ, ਸ਼ਾਇਦ ਇਹ ਓਨੀ ਠੀਕ ਗੱਲ ਨਹੀਂ ਹੈ। ਤਾਂ ਇਹ ਪੈਦਾ ਕਿਵੇਂ ਹੁੰਦੇ ਆ? ਬੁਨਿਆਦੀ ਤੌਰ 'ਤੇ ਜੇ ਅਸੀਂ ਇਹਦੀ ਬੈਕਗਰਾਊਂਡ ਦੇ ਵਿੱਚ ਜਾਈਏ ਤਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਕਾਲਜਾਂ ਦੇ ਵਿੱਚ
ਵਿਦਿਆਰਥੀਆਂ ਦੀਆਂ ਚੋਣਾਂ ਹੁੰਦੀਆਂ ਸੀ, ਜਿਹੜੀਆਂ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਹੁੰਦੀਆਂ ਸੀ। ਕੁਝ ਵਿਅਕਤੀ ਉੱਥੇ ਆਪਣੇ ਆਪਣੇ ਤਰੀਕੇ ਨਾਲ ਚੋਣਾਂ ਲੜ ਕੇ ਕੋਈ ਪ੍ਰਧਾਨ ਬਣਦਾ ਸੀ, ਕੋਈ ਜਨਰਲ ਸੈਕਟਰੀ ਬਣਦਾ ਸੀ। ਕਿਸੇ ਕਾਲਜ ਦੇ ਵਿੱਚ ਇੱਕ ਧਿਰ ਜਿੱਤ ਗਈ, ਕਿਸੇ ਦੇ ਵਿੱਚ ਦੂਸਰੀ ਧਿਰ ਜਿੱਤ ਗਈ। ਇਸ ਦੇ ਨਾਲ ਉਹਨਾਂ ਵਿਅਕਤੀਆਂ ਨੂੰ ਥੋੜ੍ਹਾ ਜਿਹਾ ਨਾਮ ਮਿਲਦਾ ਸੀ। ਹੁਣ ਕੀ ਹੋਇਆ ਪਿਛਲੇ ਦਿਨਾਂ ਦੇ ਵਿੱਚ, ਮੈਂ ਨਿੱਜੀ ਤੌਰ ਤੇ ਕੁਝ ਜਿਹੜੇ ਅੱਜ ਕੱਲ੍ਹ ਸੋ ਕਾਲਡ ਗੈਂਗਸਟਰ ਕਹੇ ਜਾਂਦੇ ਆ ਉਹਨਾਂ ਦੀਆਂ ਵੀਡੀਓ ਸੁਣੀਆਂ, ਜਿਹਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਰਸਤੇ ਤੇ ਕਿਉਂ ਤੁਰੇ ਹੋ। ਜਿਹੜਾ ਅਸਲ 'ਚ ਸਵਾਲ ਹੈ ਕਿ ਕੀ ਰਾਜਨੀਤਿਕ ਵਿਅਕਤੀ ਤੋਰਦੇ ਆ, ਉਹ ਗੱਲ ਇਸੇ ਨਾਲ ਜੁੜੀ ਹੋਈ ਹੈ। ਉਹ ਕਹਿੰਦੇ ਅਸੀਂ ਇਸ ਰਸਤੇ ਤੇ ਤਾਂ ਤੁਰੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸ਼ੋਹਰਤ ਮਿਲੇ, ਲੋਕ ਸਾਨੂੰ ਤੁਰੇ ਜਾਂਦਿਆਂ ਨੂੰ ਪਹਿਚਾਣ ਕੇ ਇਹ ਕਹਿਣ ਕਿ ਇਹ ਫਲਾਂ ਵਿਅਕਤੀ ਜਾ ਰਿਹਾ ਹੈ, ਇਹ ਉਹ ਵਿਅਕਤੀ ਹੈ ਜਿਸ ਦਾ ਦਬਦਬਾ ਹੈ ਆਪਣੇ ਇਲਾਕੇ ਦੇ ਵਿੱਚ। ਇਹ ਸਾਰੀਆਂ ਗੱਲਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਰਸਤੇ ਤੇ ਤੋਰਦੀਆਂ। ਜਦੋਂ ਉਹ ਇਸ ਰਸਤੇ ਤੇ ਤੁਰ ਪੈਂਦੇ ਆ ਤਾਂ ਉਹ ਪਹਿਲਾਂ ਛੋਟੀਆਂ-ਛੋਟੀਆਂ ਲੜਾਈਆਂ ਕਰਦੇ ਆ, ਉਹ ਲੜਾਈਆਂ ਹੌਲੀ-ਹੌਲੀ ਵੱਧਦੀਆਂ ਜਾਂਦੀਆਂ ਤੇ ਕੁਝ ਇਸ ਕਿਸਮ ਦੇ ਲੋਕ ਜਿਹੜੇ ਲੜਾਈ ਝਗੜੇ 'ਚ ਯਕੀਨ ਕਰਨ ਵਾਲੇ ਆ ਉਹਨਾਂ ਦੇ ਨਾਲ ਜੁੜ ਜਾਂਦੇ ਆ। ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਹੌਲੀ-ਹੌਲੀ ਉਹਨਾਂ ਦਾ ਕਿਸੇ ਵਿਸ਼ੇਸ਼ ਖਿੱਤੇ ਦੇ ਵਿੱਚ ਦਬਦਬਾ ਬਣ ਜਾਂਦਾ ਹੈ। ਤੁਸੀਂ ਸਾਰੇ ਜਾਣਦੇ ਹੋ, ਜੇ ਮੈਂ ਬਿਨਾਂ ਨਾਂ ਲਏ ਵੀ ਗੱਲ ਕਰਾਂ ਤਾਂ ਮਾਲਵੇ ਦੇ ਵਿੱਚ, ਬਠਿੰਡੇ ਦੇ ਵਿੱਚ ਜਾਂ ਅਸੀਂ ਮਾਝੇ ਦੇ ਵਿੱਚ ਕਹੀਏ, ਦੁਆਬੇ ਦੇ ਵਿੱਚ ਵੱਖ-ਵੱਖ ਨਾਵਾਂ ਨਾਲ ਸੰਬੰਧਿਤ ਵਿਅਕਤੀ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਫਲਾਂ ਦਾ ਗੈਂਗ ਹੈ, ਇਹ ਦੂਸਰੇ ਦਾ ਗੈਂਗ ਹੈ, ਤੀਸਰੇ ਦਾ ਗੈਂਗ ਹੈ। ਇਹਨਾਂ ਦੇ ਇੰਟਰਸਟੇਟ ਰਿਲੇਸ਼ਨ ਵੀ ਹੈ। ਕਿਤੇ ਕੋਈ ਰਾਜਸਥਾਨ ਦਾ, ਕੋਈ ਹਰਿਆਣੇ ਦਾ ਵਿਅਕਤੀ, ਕਿਤੇ ਯੂਪੀ ਜਾਂ ਬਿਹਾਰ ਦੇ ਵਿਅਕਤੀ, ਇਹ ਵੀ ਸੁਣੇ ਜਾਂਦੇ ਆ ਕਿ ਉਹਨਾਂ ਦੇ ਵੀ ਇਹਨਾਂ ਨਾਲ ਸੰਬੰਧ ਬਣਦੇ ਆ। ਜਦੋਂ ਇਹ ਵਿਅਕਤੀ ਤਾਕਤ ਹਾਸਲ ਕਰ ਜਾਂਦੇ ਆ ਤਾਂ ਇਹਨਾਂ ਕੋਲੇ ਮਸਲ ਪਾਵਰ ਆ ਜਾਂਦੀ ਹੈ, ਤਾਂ ਉੱਥੇ ਜਾ ਕੇ ਰਾਜਨੀਤਿਕ ਵਿਅਕਤੀ ਸ਼ਾਮਲ ਹੁੰਦੇ ਆ। ਅਸੀਂ ਜਿਵੇਂ ਪਹਿਲਾਂ ਕਿਹਾ ਕਿ ਰਾਜਨੀਤਿਕ ਵਿਅਕਤੀਆਂ ਨੂੰ ਮਸਲ ਪਾਵਰ ਦੀ ਲੋੜ ਹੁੰਦੀ ਹੈ ਤੇ ਉਸ ਮਸਲ ਪਾਵਰ ਨੂੰ ਹਾਸਲ ਕਰਨ ਲਈ ਜਿਹੜੇ ਰਾਜਨੀਤਿਕ ਲੋਕ ਹੈ, ਫਿਰ ਜਿਹੜੇ ਵੱਖ-ਵੱਖ ਜਿਨ੍ਹਾਂ ਨੂੰ ਅੱਜ ਗੈਂਗਸਟਰ ਕਿਹਾ ਜਾਂਦਾ ਹੈ, ਉਹਨਾਂ ਦੀ ਵਰਤੋਂ ਕਰਕੇ ਆਪਦੇ ਵਿਰੋਧੀਆਂ ਨੂੰ ਦਬਾਉਣ ਵਾਸਤੇ, ਡਰਾਉਣ ਵਾਸਤੇ, ਹਥਿਆਉਣ ਵਾਸਤੇ ਜਾਂ ਆਪਣੀਆਂ ਰੈਲੀਆਂ ਮੁਜ਼ਾਹਰਿਆਂ ਦੇ ਵਿੱਚ ਆਪਣਾ ਦਬਦਬਾ ਕਾਇਮ ਕਰਨ ਲਈ ਇਹਨਾਂ ਦੀ ਵਰਤੋਂ ਕਰਦੇ ਹੈ। ਅੱਛਾ ਸੰਧੂ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਜਿਹੜੇ ਸਿਆਸੀ ਆਗੂ ਨੇ ਇਹਨਾਂ ਦੀ ਵਰਤੋਂ ਕਰਦੇ ਆ, ਪਰ ਇੱਕ ਰੁਝਾਨ ਪੰਜਾਬ ਦੇ ਵਿੱਚ ਅਸੀਂ ਅਕਸਰ ਦੇਖਿਆ ਕਿ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਆਪਣੇ ਪੀਕ ਤੇ ਹੁੰਦੇ ਆ ਜਾਂ ਫਿਰ ਸਮਾਜਿਕ ਐਕਟੀਵਿਟੀ ਦੇ ਵਿੱਚ ਜਦੋਂ ਸ਼ਾਮਲ ਹੁੰਦੇ ਆ ਤਾਂ ਉਹਨਾਂ ਦਾ ਅਚਾਨਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਕਾਊਂਟਰ ਹੁੰਦਾ। ਭਾਵੇਂ ਕਿ ਪੁਲਿਸ ਦੇ ਜਿਹੜੇ ਇਨਕਾਊਂਟਰ ਕੀਤੇ ਜਾਂਦੇ ਉਸ ਕਾਰਗੁਜ਼ਾਰੀ ਤੇ ਵੀ ਸਵਾਲ ਉਠਾਉਂਦੇ ਆ, ਵੱਖ-ਵੱਖ ਸਮਿਆਂ ਤੇ ਲਗਾਤਾਰ ਇਹ ਸਵਾਲ ਉੱਠਦੇ ਰਹਿੰਦੇ ਆ। ਪਰ ਅਚਾਨਕ ਅਜਿਹਾ ਕੀ ਵਾਪਰ ਜਾਂਦਾ, ਕੀ ਉਹਦੀ ਬੈਕਗਰਾਉਂਡ ਹੁੰਦੀ ਹੈ ਕਿ ਅਚਾਨਕ ਇੱਕ ਨਾਮਵਰ ਗੈਂਗਸਟਰ ਦਾ ਇਨਕਾਊਂਟਰ ਹੋ ਜਾਂਦਾ? ਜੀ ਦੇਖੋ, ਹਰ ਇੱਕ ਬੰਦੇ ਦੇ ਕੰਮ ਕਰਨ ਦਾ ਇੱਕ ਖੇਤਰ ਜਾਂ ਘੇਰਾ ਹੁੰਦਾ ਹੈ ਜੀ। ਇਹ ਜਿਹੜੇ ਸਾਰੇ ਗੈਂਗ ਹੈ ਇਹਨਾਂ ਦਾ ਵੀ ਆਪਣਾ ਆਪਣਾ ਖੇਤਰ ਹੈ। ਕੋਈ ਕਿਸੇ ਏਰੀਏ ਦੇ ਵਿੱਚ ਕੰਮ ਕਰਦਾ ਹੈ, ਕੋਈ ਕਿਸੇ ਏਰੀਏ ਦੇ ਵਿੱਚ ਕੰਮ ਕਰਦਾ ਹੈ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਰਾਜਨੀਤਿਕ ਸਰਪ੍ਰਸਤੀ ਜਾਂ ਸ਼ਹਿ ਪ੍ਰਾਪਤ ਹੁੰਦੀ ਹੈ। ਜਿੰਨਾ ਚਿਰ ਉਹ ਸਰਪ੍ਰਸਤੀ ਜਾਂ ਸ਼ਹਿ ਇਹਨਾਂ ਦੇ ਸਿਰ ਤੇ ਬਣੀ ਰਹਿੰਦੀ ਹੈ, ਜਾਂ ਅਸੀਂ ਇਹ ਕਹਿ ਦਈਏ ਕਿ ਉਹਨਾਂ ਦਾ ਹੱਥ ਇਹਨਾਂ ਦੇ ਸਿਰ ਤੇ ਰਹਿੰਦਾ ਹੈ ਤੇ ਉਹਨਾਂ ਦੀ ਕਮਾਂਡ ਦੇ ਵਿੱਚ ਇਹ ਕੰਮ ਕਰਦੇ ਰਹਿੰਦੇ ਆ, ਉਹਨਾਂ ਚਿਰ ਇਹਨਾਂ ਦੀ ਪੁਸ਼ਤ ਪਨਾਹੀ ਹੁੰਦੀ ਰਹਿੰਦੀ ਹੈ ਤੇ ਇਹ ਬਚੇ ਰਹਿੰਦੇ ਆ। ਪਰੰਤੂ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਗੈਂਗਸਟਰ ਕਹੇ ਜਾਣ ਵਾਲੇ ਵਿਅਕਤੀ ਹੈ, ਉਹਨਾਂ ਨੂੰ ਇਹ ਲੱਗਦਾ ਹੈ ਕਿ ਮੈਂ ਆਪਣਾ ਜਿਹੜਾ ਸਾਰਾ ਲੜਾਈ ਝਗੜੇ ਦਾ ਕਾਰੋਬਾਰ ਹੈ ਇਹਨੂੰ ਕਿੰਨਾ ਕੁ ਚਿਰ ਚਲਾਊਂਗਾ, ਕਿਉਂ ਨਾ ਇਸ ਸਾਰੇ ਨੂੰ ਛੱਡ ਕੇ ਕਿਸੇ ਨੇਤਾ ਵਾਂਗੂ ਮੈਂ ਵੀ ਕੋਈ ਰਾਜਨੀਤਿਕ ਪੋਜੀਸ਼ਨ ਹਾਸਲ ਕਰਾਂ, ਮੈਂ ਵੀ ਸਮਾਜ ਦੇ ਵਿੱਚ ਭਗੌੜਾ ਹੋਣ ਦੀ ਥਾਂ ਤੇ ਸਮਾਜਿਕ ਜ਼ਿੰਦਗੀ ਆਪਣੀ ਬਸਰ ਕਰਾਂ। ਤਾਂ ਉਸ ਸਮੇਂ ਉਹ ਕਈ ਵਾਰੀ ਕੋਸ਼ਿਸ਼ ਕਰਦੇ ਆ ਕਿ ਮੈਂ ਸਮਾਜਿਕ ਜੀਵਨ ਦੇ ਵਿੱਚ ਐਂਟਰ ਹੋਵਾਂ। ਉਹਦੇ ਲਈ ਉਹ ਸੋਸ਼ਲ ਵੈਲਫੇਅਰ ਦੇ ਕੰਮ ਵੀ ਕਰਦੇ ਆ। ਬਹੁਤ ਸਾਰੇ ਜਿਹੜੇ ਬੰਦੇ ਆ ਉਹ ਆਪਣੀ ਲੜਾਈ ਝਗੜੇ ਦੇ ਕੰਮ ਛੱਡ ਕੇ ਜ਼ਮਾਨਤਾਂ ਕਰਾ ਕੇ ਜੇਲ੍ਹਾਂ ਚੋਂ ਨਿਕਲ ਕੇ ਬਾਹਰ, ਜਿਹਨੂੰ ਅਸੀਂ ਮੁੱਖ ਧਾਰਾ ਕਹਿੰਦੇ ਆ, ਉਹਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਆ। ਪਰ ਇਹਦੇ ਨਾਲ ਕੀ ਹੁੰਦਾ ਹੈ, ਕਈ ਵਾਰੀ ਸਥਾਨਕ ਜਿਹੜੇ ਲੀਡਰ ਹੈ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਖਤਰਾ ਹੋ ਜਾਂਦਾ ਹੈ ਕਿ ਜੇ ਇਹ ਵਿਅਕਤੀ ਰਾਜਨੀਤਿਕ ਤੌਰ ਤੇ ਕਿਤੇ ਆਪਣੇ MLA ਬਣ ਕੇ ਜਾਂ MP ਬਣ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕਰ ਗਏ ਤਾਂ ਜਿਹੜਾ ਸਾਡਾ ਡੋਮੇਨ ਹੈ ਇਸ ਦੇ ਵਿੱਚ ਸ਼ਾਮਲ ਨਾ ਹੋ ਜਾਣ। ਤਾਂ ਉੱਥੇ ਕੀ ਹੁੰਦਾ ਹੈ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਰਾਜਨੀਤਿਕ ਵਿਅਕਤੀਆਂ ਵੱਲੋਂ ਜਿਨ੍ਹਾਂ ਨੂੰ ਉਹ ਖਤਰਾ ਮਹਿਸੂਸ ਹੁੰਦੇ ਆ, ਉਹਨਾਂ ਤੋਂ ਹੀ ਖਤਰਾ ਮਹਿਸੂਸ ਹੋਣ ਲੱਗ ਜਾਂਦਾ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਬਹੁਤ ਵਾਰੀ ਇਹਨਾਂ ਨੂੰ ਉਹਨਾਂ ਦੇ ਕਿਸੇ ਸਾਥੀ ਤੋਂ ਜਿਹੜਾ ਇਸ ਗੱਲ ਲਈ ਇੱਛੁਕ ਹੁੰਦਾ ਹੈ ਕਿ ਮੇਰਾ ਵੀ ਹੁਣ ਨਾਂ ਬਣੇ, ਮੈਂ
ਪਹਿਲੇ ਗੈਂਗਸਟਰ ਦੀ ਥਾਂ ਲਵਾਂ, ਉਹਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਪਤਾ ਵੀ ਨਹੀਂ ਲੱਗਦਾ ਕਿ ਕਿਹਨੇ ਮਾਰਤਾ। ਅਸੀਂ ਪਿਛਲੇ 2-3 ਦਹਾਕਿਆਂ ਦੀ ਜੇ ਗੱਲ ਦੇਖੀਏ, ਬਹੁਤ ਸਾਰੀਆਂ ਥਾਵਾਂ ਤੇ ਪਤਾ ਲੱਗਦਾ ਹੈ ਕਿ ਕਿਸੇ ਨੂੰ ਜ਼ਮਾਨਤ ਤੇ ਲਿਜਾਂਦੇ ਹੋਏ ਮਾਰਤਾ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹਨੇ ਮਾਰ ਕੇ ਸਿੱਟਤਾ, ਜਾਂ ਕੁਝ ਇਸ ਕਿਸਮ ਦਾ ਹੁੰਦਾ ਹੈ ਕਿ ਕਿਸੇ ਨੂੰ ਪੁਲਿਸ ਦੇ ਇਨਕਾਊਂਟਰ ਦੇ ਵਿੱਚ ਮਾਰਤਾ। ਤਾਂ ਉਹਦੇ ਕਤਲ ਹੋਣ ਦੇ ਨਾਲ ਕੀ ਹੁੰਦਾ, ਬਹੁਤੀ ਵਾਰੀ ਹੋਏ ਕਤਲ ਤੇ ਮਿੱਟੀ ਪੈ ਜਾਂਦੀ ਹੈ। ਤਾਂ ਬੁਨਿਆਦੀ ਤੌਰ ਤੇ ਸਵਾਲ ਇਹ ਹੈ ਕਿ ਕੀ ਕਾਰਨ ਹੈ ਇਹ ਅਪਰਾਧ ਵੱਲ ਤੁਰੇ ਹੋਏ ਵਿਅਕਤੀ ਜਦੋਂ ਸਮਾਜ ਦੀ ਮੁੱਖ ਧਾਰਾ 'ਚ ਆਉਣ ਲੱਗਦੇ ਹੈ। ਜ਼ਿਆਦਾਤਰ ਇਹਨਾਂ ਦਾ ਕਤਲ ਉਦੋਂ ਹੀ ਹੁੰਦਾ ਹੈ ਜਦੋਂ ਇਹ ਲੁਕੇ ਰਹਿੰਦੇ ਆ, ਡਰੇ ਰਹਿੰਦੇ ਆ, ਅੰਦਰ ਬੈਠੇ ਰਹਿੰਦੇ ਆ, ਉਹਨਾਂ 'ਚ ਇਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ। ਦੂਸਰੀ ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਰਾਜਨੀਤਿਕ ਸਰਗਰਮੀ ਜ਼ਿਆਦਾ ਤੇਜ਼ ਹੁੰਦੀ ਹੈ, ਉਹਨਾਂ ਦਿਨਾਂ 'ਚ ਹੀ ਜਿਹੜੇ ਗੈਂਗ ਇਨਕਾਊਂਟਰ, ਉਹਨਾਂ ਦੇ ਮਰਡਰ, ਉਹਨਾਂ ਦੀਆਂ ਗਤੀਵਿਧੀਆਂ ਉਹ ਜ਼ਿਆਦਾ ਤੇਜ਼ ਹੋ ਜਾਂਦੀਆਂ। ਇਹਦਾ ਮਤਲਬ ਇਹ ਹੈ ਕਿ ਸਿੱਧੇ ਤੌਰ ਤੇ ਇਹ ਸਾਰਾ ਕੁਝ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ, ਜਿਹਨੂੰ ਸਮਝਣ ਦੀ, ਜਿਸ ਨੂੰ ਜਾਣਨ ਦੀ ਲੋੜ ਹੈ ਤਾਂ ਕਿ ਸਾਡੀ ਜਿਹੜੀ ਜਵਾਨੀ ਹੈ ਉਹ ਗਲਤ ਰਸਤੇ ਵੱਲ ਨਾ ਤੁਰੇ। ਸੰਧੂ ਸਾਹਿਬ, ਇੱਕ ਚੀਜ਼ ਹੋਰ ਕਹੀ ਜਾਂਦੀ ਹੈ ਕਿ ਜਿਹੜੇ ਗੈਂਗਸਟਰ ਪੈਦਾ ਹੁੰਦੇ ਆ ਉਸ ਦੇ ਵਿੱਚ ਸਮਾਜ ਹੈ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਭੂਮਿਕਾ ਨਿਭਾਉਂਦਾ, ਤੇ ਇੱਕ ਗਰੀਬੀ ਮੰਨੀ ਜਾਂਦੀ ਹੈ ਕਿ ਗਰੀਬੀ ਹੈ ਤੇ ਜ਼ੁਲਮ, ਇਹ ਦੋ ਚੀਜ਼ਾਂ ਕਿਹਾ ਜਾਂਦਾ ਕਿ ਗਰੀਬੀ ਤੇ ਜ਼ੁਲਮ ਜਦੋਂ ਕਿਸੇ ਵਿਅਕਤੀ ਤੇ ਕੀਤਾ ਜਾਂਦਾ, ਉਹ ਭਾਵੇਂ ਸਰਕਾਰੀ ਤੰਤਰ ਵੱਲੋਂ ਹੋਵੇ ਜਾਂ ਫਿਰ ਕਿਸੇ ਗੈਰ ਸਰਕਾਰੀ ਤੰਤਰ ਵੱਲੋਂ, ਉਦੋਂ ਇੱਕ ਆਮ ਵਿਅਕਤੀ ਵੀ ਗੈਂਗਸਟਰ ਬਣ ਜਾਂਦਾ। ਕਿੰਨੀ ਕੁ ਭੂਮਿਕਾ ਮੰਨਦੇ ਹੋ ਕਿ ਸਮਾਜ ਅਸਰ ਕਰਦਾ ਜਾਂ ਫਿਰ ਕੁਝ ਹੋਰ ਕਾਰਨ ਇਸ ਦੇ ਪਿੱਛੇ? ਦੇਖੋ, ਇਹ ਬੜੀ ਕਾਮਨ ਗੱਲ ਹੈ ਕਿ ਸਮਾਜ ਤੋਂ ਸਤਾਏ ਹੋਏ ਜਾਂ ਗਰੀਬੀ ਕਾਰਨ ਵੀ ਲੋਕ ਹਥਿਆਰ ਚੱਕਦੇ ਆ, ਪਰ ਜਿਹੜੇ ਇਸ ਕਿਸਮ ਦੇ ਹਥਿਆਰ ਚੱਕਣ ਵਾਲੇ ਆ ਉਹ ਇੱਕ ਡਿਫਰੈਂਟ ਕਿਸਮ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਆ, ਜਾਂ ਉਹਨਾਂ ਦੀ ਲੜਾਈ ਦਾ ਆਧਾਰ ਹੈ ਜਿਹੜਾ ਉਹ ਵੱਖਰੀ ਕਿਸਮ ਦਾ ਹੁੰਦਾ ਹੈ। ਜਿਹੜੇ ਪੰਜਾਬ ਦੇ ਵਿੱਚ ਹੁਣ ਜਿਨ੍ਹਾਂ ਨੂੰ ਇਹ ਟਾਈਟਲ ਦਿੱਤਾ ਗਿਆ ਗੈਂਗਸਟਰ ਦਾ, ਇੱਦਾਂ ਦੇ ਵਿਅਕਤੀ ਹੈ, ਇਹਨਾਂ ਦੇ ਵਿੱਚੋਂ ਬਹੁਤੇ ਵਿਅਕਤੀ ਅਜਿਹੇ ਹੈ ਜਿਹੜੇ ਗਰੀਬੀ ਕਰਕੇ ਗੈਂਗਸਟਰ ਨਹੀਂ ਬਣੇ। ਇਹਨਾਂ ਨੇ ਕਿਤੇ ਨਾ ਕਿਤੇ ਜਾਣੇ ਅਣਜਾਣੇ ਕੋਈ ਅਪਰਾਧ ਕੀਤਾ ਹੁੰਦਾ, ਉਸ ਅਪਰਾਧ ਤੋਂ ਇਹ ਭੱਜ ਜਾਂਦੇ ਹੈ। ਜਦੋਂ ਇਹ ਭੱਜਦੇ ਹੈ ਤਾਂ ਫਿਰ ਇਹਨਾਂ ਨੂੰ ਲੱਗਦਾ ਕਿ ਹੁਣ ਵਾਪਸੀ ਦਾ ਕੋਈ ਰਾਹ ਨਹੀਂ, ਇਹ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ ਅਪਰਾਧ ਕਰਦੇ ਜਾਂਦੇ ਆ, ਤੇ ਕਈਆਂ ਤੇ 25-25, 40-40, 50-50 ਕੇਸ ਬਣੇ ਹੁੰਦੇ ਆ। ਇਸੇ ਤਰੀਕੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹਨਾਂ ਨੂੰ ਸਜ਼ਾ ਹੋ ਜਾਂਦੀ ਹੈ, ਜੇਲ੍ਹ ਹੋ ਜਾਂਦੀ ਹੈ, ਤਾਂ ਸਾਡੀਆਂ ਜੇਲ੍ਹਾਂ ਦੇ ਵਿੱਚ ਵੀ ਬਕਾਇਦਾ ਰੂਪ 'ਚ ਜਿਹੜੇ ਗੈਂਗਸਟਰ ਕਹੇ ਜਾਂਦੇ ਆ, ਇਹਨਾਂ ਦੀ ਪੁਸ਼ਤ ਪਨਾਹੀ ਹੁੰਦੀ ਹੈ। ਉੱਥੇ ਵੀ ਇਹਨਾਂ ਨੂੰ ਰਹਿਣ ਵਾਸਤੇ ਜਾਂ ਜਿਉਂਦੇ ਰਹਿਣ ਵਾਸਤੇ ਤਾਕਤ ਦੀ ਲੋੜ ਪੈਂਦੀ ਹੈ, ਤਾਂ ਇਸ ਕਰਕੇ ਇਹ ਉਸ ਰਸਤੇ ਤੁਰ ਪੈਂਦੇ ਆ। ਜੇ ਅਸੀਂ ਦੂਜੇ ਪਾਸਿਓਂ ਕਹੀਏ, ਜਿਹੜੇ ਗਰੀਬ ਲੋਕ ਹੈ ਉਹ ਬਹੁਤ ਵਾਰੀ ਅਸੀਂ ਦੇਖਿਆ, ਉਹ ਤਾਂ ਜਿਸ ਤਰੀਕੇ ਨਾਲ ਕਿਸਾਨੀ ਗਰੀਬੀ ਕਰਕੇ ਆਤਮ ਹੱਤਿਆ ਕਰ ਰਹੀ ਹੈ, ਉਹ ਉਧਰ ਨੂੰ ਤੁਰਦੇ ਹੈ। ਇਹਨਾਂ 'ਚੋਂ ਬਹੁਤੇ ਲੋਕ ਉਹ ਹੈ ਜਿਹੜੇ ਖਾਂਦੇ ਪੀਂਦੇ ਘਰਾਂ ਦੇ ਹੈ, ਜਿਨ੍ਹਾਂ ਦੇ ਕੋਲੇ ਤਕਰੀਬਨ ਐਸ਼ੋ ਇਸ਼ਰ ਦੀਆਂ ਸਾਰੀਆਂ ਚੀਜ਼ਾਂ। ਪਿਛਲੇ ਦਿਨਾਂ ਦੇ ਵਿੱਚ ਜੇ ਤੁਸੀਂ ਡਾਟਾ ਕੱਢੋਗੇ ਤਾਂ ਬਹੁਤੇ ਜਿਹੜਿਆਂ ਨੂੰ ਗੈਂਗਸਟਰ ਕਿਹਾ ਜਾਂਦਾ ਹੈ ਉਹ ਐਸੇ ਨਹੀਂ ਹੈ ਕਿ ਉਹ ਭੁੱਖੇ ਮਰਦੇ ਘਰਾਂ ਦੇ ਵਿੱਚੋਂ ਆਏ ਹੋਣ, ਜਾਂ ਉਹਨਾਂ ਨੂੰ ਕੋਈ ਆਰਥਿਕ ਤੰਗੀ ਹੋਵੇ, ਜਾਂ ਉਹਨਾਂ ਨੂੰ ਕਿਤੇ ਇੰਪਲੋਇਮੈਂਟ ਨਹੀਂ ਮਿਲੀ ਇਸ ਕਰਕੇ ਬਣੇ ਹੋਏ ਹੈ। ਉਹ ਇਹਨਾਂ ਸਾਰਿਆਂ ਨਾਲੋਂ ਇੱਕ ਵੱਖਰੀ ਕਿਸਮ ਦੇ ਹੈ, ਜਿਹਨੂੰ ਆਪਾਂ ਅਕਸਰ ਅਸੀਂ ਸੁਣਦੇ ਹਾਂ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਗੀਤਾਂ ਦੇ ਵਿੱਚ ਉਹਨਾਂ ਨੂੰ ਇਸ ਕਿਸਮ ਦਾ ਹੁਲਾਰਾ ਜਾਂ ਹੁਲਾਸ ਮਿਲਦਾ ਹੈ ਕਿ ਉਹ ਬੰਦੂਕ ਨੂੰ, ਉਹ ਥਾਣੇ ਨੂੰ, ਜਾਂ ਉਹ ਰੋਕਾਂ ਨੂੰ ਬਿਨਾਂ ਮੰਨੇ ਤੋਂ ਕੋਈ ਆਪਣੀ ਮਰਜ਼ੀ ਦਾ ਕੰਮ ਕਰ ਸਕਣ। ਇਸ ਕਰਕੇ ਉਹ ਇਸ ਹੁਲਾਸ ਦੇ ਵਿੱਚ ਜਾਂ ਇਸ ਬੜੱਪਣ ਦੇ ਵਿੱਚ ਜਾਂ ਇਸ ਟੌਰ ਦੇ ਵਿੱਚ ਇਸ ਰਸਤੇ ਨੂੰ ਅਖਤਿਆਰ ਕਰ ਲੈਂਦੇ ਆ। ਅੱਛਾ ਡਾਕਟਰ ਸਾਹਿਬ, ਤੁਸੀਂ ਗੀਤਾਂ ਤੇ ਫਿਲਮਾਂ ਦੀ ਗੱਲ ਕੀਤੀ ਹੈ। ਲਗਾਤਾਰ ਪਿਛਲੇ 8-10 ਮਹੀਨਿਆਂ ਤੋਂ ਜਦੋਂ ਦਾ ਕਿਸਾਨੀ ਅੰਦੋਲਨ ਹੈ ਉਸ ਨੂੰ ਛੱਡ ਦਿੱਤਾ ਜਾਵੇ, ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਬਹੁਤ ਸਾਰੀਆਂ ਫਿਲਮਾਂ ਤੇ ਬਹੁਤ ਸਾਰੇ ਗੀਤ ਅਜਿਹੇ ਆਉਂਦੇ ਆ ਜਿਸ ਦੇ ਵਿੱਚ ਇੱਕ ਗੈਂਗਸਟਰ ਨੂੰ, ਬੰਦੂਕ ਚਲਾਉਣ ਵਾਲੇ ਵਿਅਕਤੀ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ, ਤੇ ਉਸ ਦਾ ਪ੍ਰਭਾਵ ਹੈ ਜਿਹੜਾ ਆਮ ਨੌਜਵਾਨਾਂ ਤੇ ਪੈ ਰਿਹਾ। ਕਿੰਨਾ ਕੁ ਘਾਤਕ ਸਮਝਦੇ ਹੋ ਇਸ ਤਰ੍ਹਾਂ ਦਾ ਜਿਹੜਾ ਕਲਚਰ ਹੈ ਸਾਡਾ ਪ੍ਰਫੁੱਲਿਤ ਹੋ ਰਿਹਾ ਜੀ? ਦੇਖੋ, ਇਸ ਦੀ ਦੋਨਾਂ ਪਾਸੇ ਦੀ ਜਸਟੀਫਿਕੇਸ਼ਨ ਮਿਲਦੀ ਹੈ। ਜਦੋਂ ਬਹੁਤ ਹੀ ਸੰਜੀਦਾ ਕਿਸਮ ਦੇ ਫਿਲਮ ਡਾਇਰੈਕਟਰ ਨੂੰ ਪੁੱਛਿਆ ਜਾਂਦਾ ਹੈ ਜਾਂ ਕਿਸੇ ਗੀਤਕਾਰ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਬੰਦੂਕਾਂ ਵਾਲੇ, ਤੁਸੀਂ ਗੁੰਡਾਗਰਦੀ ਵਾਲੇ, ਗੈਂਗਸਟਰ ਵਾਲੇ ਗੀਤ ਕਿਉਂ ਬਣਾਉਣੇ ਹੋ, ਉਹ ਕਹਿੰਦੇ ਜੀ ਅਸੀਂ ਤਾਂ ਸਮਾਜ ਦੀ ਰਿਫਲੈਕਸ਼ਨ ਹੁੰਨੇ ਆ, ਜੋ ਅੱਜ ਦੇ ਸਮਾਜ ਦੇ ਵਿੱਚ ਵਾਪਰ ਰਿਹਾ ਘਟਨਾਕ੍ਰਮ ਹੈ, ਅਸੀਂ ਤਾਂ ਉਸੇ ਨੂੰ ਆਧਾਰ ਬਣਾ ਕੇ ਗੀਤ ਬਣਾਉਣੇ ਆ। ਦੂਸਰੇ ਪਾਸਿਓਂ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਸਾਡੇ ਗੀਤ ਹੈ, ਜਿਹੜੇ ਸਾਡੀਆਂ ਫਿਲਮਾਂ ਹੈ, ਉਹ ਸਮਾਜ ਦੇ ਉੱਪਰ
ਵੀ ਪ੍ਰਭਾਵ ਪਾਉਂਦੀਆਂ। ਜਿਸ ਕਿਸਮ ਦਾ ਵਿਸ਼ਾ, ਜਿਸ ਕਿਸਮ ਦੀਆਂ ਚੀਜ਼ਾਂ ਅਸੀਂ ਵਿਅਕਤੀਆਂ ਨੂੰ ਪਰੋਸਾਂਗੇ, ਉਸ ਕਿਸਮ ਦਾ ਹੀ ਸਮਾਜ ਦੇ ਵਿੱਚ ਉਹਦਾ ਅਸਰ ਹੋਊਗਾ। ਇਸ ਦਾ ਅਸੀਂ ਅੰਦਾਜ਼ਾ ਇੱਥੋਂ ਵੀ ਲਗਾ ਸਕਦੇ ਹਾਂ ਕਿ ਜੇ ਇੱਕ ਗੀਤਕਾਰ ਦੇ ਮੁੱਛਾਂ ਦੇ, ਦਾੜੀ ਦੇ, ਉਹਦੇ ਵਾਲਾਂ ਦੇ ਸਟਾਈਲ ਦੇ ਫੈਸ਼ਨ ਨੂੰ ਸਮਾਜ ਦੇ ਵਿੱਚ ਲੋਕ ਅਪਣਾਉਂਦੇ ਆ, ਜ਼ਾਹਰਾ ਤੌਰ ਤੇ ਦੇਖੇ ਜਾਂਦੇ ਆ, ਤਾਂ ਇਹ ਕੁਦਰਤੀ ਗੱਲ ਹੈ ਕਿ ਜੋ ਕੁਝ ਉਹ ਬੋਲਦਾ, ਜੋ ਕਰਦਾ, ਜੋ ਉਹ ਆਪਣੇ ਗੀਤਾਂ ਦੇ ਵਿੱਚ ਪਰੋਸਦਾ ਹੈ, ਸਮਾਜ ਦੇ ਵਿੱਚ ਲੋਕ ਉਹਨੂੰ ਵੀ ਜ਼ਰੂਰ ਅਡਾਪਟ ਕਰਨਗੇ। ਇਸ ਲਈ ਮੈਂ ਇਹ ਸਮਝਦਾ ਕਿ ਕਿਤੇ ਨਾ ਕਿਤੇ ਜਦੋਂ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉੱਥੇ ਫਾਇਰ ਕਰਨ ਦੇ ਨਾਲ ਬਹੁਤ ਸਾਰੇ ਥਾਵਾਂ ਤੇ ਬਰਾਤੀਆਂ ਦੇ ਜਾਂ ਵਿਆਹ 'ਚ ਗਏ ਹੋ ਲੋਕਾਂ ਦੇ ਵੀ ਕਤਲ ਹੋਏ ਹੈ, ਤਾਂ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਇਹ ਦੋਨੋਂ ਪਾਸੇ ਹੈ। ਜਿਹੜਾ ਗਨ ਕਲਚਰ ਹੈ ਇਸ ਨੂੰ ਨੋ ਡਾਊਟ ਪ੍ਰਮੋਟ ਕੀਤਾ ਜਾ ਰਿਹਾ ਹੈ। ਸ਼ਾਇਦ ਹੀ ਸਾਡਾ ਕੋਈ ਹੁਣ ਨਵਾਂ ਗੀਤ ਜਾਂ ਵੀਡੀਓ ਬਣਦੀ ਹੋਵੇ ਜਿਹ 'ਚ ਕਾਰਾਂ ਭੰਨਣ ਦੀ, ਰਫਲਾਂ ਚਲਾਉਣ ਦੀ, ਥਾਣੇ ਜਾਣ ਦੀ, ਜਾਂ ਉਸ ਜਗ੍ਹਾ ਤੇ ਜਿੱਥੇ ਬੈਨ ਹੁੰਦਾ ਹੈ ਉੱਥੇ ਜਾ ਕੇ ਰਫਲ ਦੇ ਫਾਇਰ ਕਰਨ ਦੀ ਗੱਲ ਨਾ ਹੋਵੇ। ਇਸ ਨੂੰ ਵਡੱਪਣ ਨਾਲ ਜੋੜ ਕੇ, ਇਸ ਨੂੰ ਅੱਜ ਦੇ ਗੀਤ ਦੇ ਕਲਚਰ ਨਾਲ ਜੋੜ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜਾ ਆਪਣੇ ਆਪ ਦੇ ਵਿੱਚ ਮਾੜਾ ਹੈ। ਇਹ ਰੁਝਾਨ ਹੈ ਜਿਹੜਾ ਇਹ ਆਪ ਹੀ ਇੱਕ ਗੈਂਗਸਟਰ ਨੇ ਆਪਣੀ ਵੀਡੀਓ ਦੇ ਵਿੱਚ ਕਿਹਾ ਕਿ ਜਿੱਥੇ ਅਸੀਂ ਹੁਣ ਪਹੁੰਚ ਗਏ ਹਾਂ, ਜਦੋਂ 10 ਸਾਲਾਂ ਬਾਅਦ ਸੋਚਦੇ ਹਾਂ ਕਿ ਇਹ ਦਲਦਲ ਹੈ, ਇਸ ਤੋਂ ਪਿੱਛੇ ਨਹੀਂ ਮੁੜਿਆ ਜਾ ਸਕਦਾ, ਇਹਦੇ ਵਿੱਚ ਅਸੀਂ ਹੋਰ ਅੱਗੇ ਧੱਸਦੇ ਜਾਂਦੇ ਹਾਂ ਤੇ ਇਹਦਾ ਅੰਤ ਕਿਸੇ ਦੋਸਤ ਵੱਲੋਂ ਮੁਕਾਬਲੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ ਸਾਡੀ ਮੌਤ ਨਾਲ ਹੀ ਇਹਦਾ ਅੰਤ ਹੁੰਦਾ ਹੈ। ਜੀ ਸੰਧੂ ਸਾਹਿਬ, ਇੱਕ ਚੀਜ਼ ਹੋਰ ਕਿ ਜਿੱਥੇ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੇ ਆਪਣੀਆਂ ਜਿੱਤਾਂ ਦੇ ਝੰਡੇ ਗੱਡੇ, ਆਪਣਾ ਨਾਮ ਖੱਟਿਆ, ਉੱਥੇ ਹੀ ਕੈਨੇਡਾ ਦੀ ਗੱਲ ਕੀਤੀ ਜਾਵੇ ਜਿਹੜਾ ਕਿ ਦੂਸਰਾ ਪੰਜਾਬ ਮੰਨਿਆ ਜਾਂਦਾ, ਉੱਥੇ ਜਿਹੜਾ ਗੈਂਗਸਟਰ ਵਾਰ ਹੈ ਲਗਾਤਾਰ ਹੁਣ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਵੱਡੀਆਂ ਜਿਹੜੇ ਗੈਂਗਸਟਰਾਂ ਦੀਆਂ ਸੂਚੀਆਂ, ਜਿਹੜੀ ਕੈਨੇਡਾ ਪੁਲਿਸ, ਉੱਥੇ ਦੀ ਲੋਕਲ ਪੁਲਿਸ, ਉਹ ਲਗਾਤਾਰ ਸੂਚੀਆਂ ਜਾਰੀ ਕਰਦੀ ਹੈ, ਜਿਸ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਕਾਰੋਬਾਰੀ ਨੇ, ਨਸ਼ੇ ਦੇ ਵਪਾਰੀ ਨੇ ਜਾਂ ਗੈਂਗਸਟਰ ਨੇ, ਉਹ ਪੰਜਾਬੀ ਨੇ। ਇਹ ਜਿਹੜੀਆਂ ਹੱਦਾਂ ਸਰਹੱਦਾਂ ਪਾਰ ਕਿਵੇਂ ਕਰ ਗਿਆ ਇਹ ਕਲਚਰ, ਕਿਉਂਕਿ ਕਿੰਨੀ ਕਿਸ ਤਰ੍ਹਾਂ ਦੀ ਇਸ ਦੇ ਵਿੱਚ ਪੜਚੋਲ ਦੇਖਦੇ ਹੋ ਕਿ ਕਿਸ ਤਰ੍ਹਾਂ ਕੈਨੇਡਾ ਨੂੰ ਵੀ ਪ੍ਰਭਾਵਿਤ ਕਰ ਰਿਹਾ ਤੇ ਪੰਜਾਬ ਨੂੰ ਕਰ ਰਿਹਾ, ਤੇ ਇਹ ਕਿਸ ਤਰ੍ਹਾਂ ਪੰਜਾਬ ਤੋਂ ਕੈਨੇਡਾ ਤੱਕ ਪਹੁੰਚਿਆ ਜੀ? ਦੇਖੋ, ਕੋਈ ਵੀ ਮਨੁੱਖ ਜਿੱਥੇ ਵੀ ਜਾਂਦਾ ਹੈ ਜੀ, ਉਹ ਆਪਣੀਆਂ ਬੁਰਾਈਆਂ ਤੇ ਅਛਾਈਆਂ ਆਪਣੇ ਨਾਲ ਹੀ ਲੈ ਕੇ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਜਿੱਥੇ ਵੀ ਗਏ, ਸਭ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਏ, ਲੰਗਰ ਦੀ ਪ੍ਰਥਾ ਚਾਲੂ ਕੀਤੀ। ਲੰਗਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ, ਜਿਹੜੇ ਪੰਜਾਬੀ ਜਾਂ ਸਿੱਖ ਨਹੀਂ ਸੀ, ਉਹਨਾਂ ਲਈ ਵੀ ਲੰਗਰ ਲਗਾਏ। ਕੋਵਿਡ ਦੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਅਸੀਂ ਦੇਖਿਆ ਬਹੁਤ ਸਾਰੇ ਲੰਗਰ ਲੱਗੇ। ਜੇ ਅਸੀਂ ਇਹ ਮੰਨਦੇ ਹਾਂ ਕਿ ਸਾਡੀਆਂ ਚੰਗਿਆਈਆਂ ਗਈਆਂ, ਤਾਂ ਜਿਹੜੇ ਲੋਕ ਸਾਡੇ ਉੱਥੇ ਗਏ ਆ ਉਹਨਾਂ 'ਚੋਂ ਕੁਝ ਬੰਦੇ ਨਾਲ ਉਹ ਬੁਰਾਈਆਂ ਲੈ ਕੇ ਵੀ ਗਏ ਹੈ। ਜਿਵੇਂ ਜਦੋਂ ਹਿੰਦੁਸਤਾਨ ਦੇ ਵਿੱਚ ਮੈਕਸੀਕਨ ਕਣਕ ਆਈ ਤਾਂ ਉਸ ਦੇ ਵਿੱਚ ਗੁੱਲੀ ਡੰਡੇ ਦਾ ਬੀਜ ਵੀ ਆ ਗਿਆ, ਜਿਹੜਾ ਕਣਕ ਲਈ ਮਾਰੂ ਹੈ। ਇਸੇ ਤਰੀਕੇ ਨਾਲ ਜਦੋਂ ਸਾਡੇ ਪੰਜਾਬੀ ਬਾਹਰ ਮਾਈਗ੍ਰੇਟ ਕਰਨਗੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਜਾਣਗੇ, ਜਿੱਥੇ ਇਹਨਾਂ ਦਾ ਰੋਲ ਸਿਗਨੀਫੀਕੈਂਟ ਹੋਊਗਾ, ਤਾਂ ਇਹ ਉੱਥੋਂ ਦੀ ਰਾਜਨੀਤੀ ਦੇ ਵਿੱਚ, ਉੱਥੋਂ ਦੇ ਧਰਮ ਦੇ ਵਿੱਚ, ਉੱਥੋਂ ਦੀ ਆਰਥਿਕਤਾ ਦੇ ਵਿੱਚ, ਉੱਥੋਂ ਦੀ ਗੁੰਡਾਗਰਦੀ ਦੇ ਵਿੱਚ, ਉੱਥੋਂ ਦੇ ਨਸ਼ਿਆਂ ਦੇ ਵਿੱਚ ਵੀ ਉਸੇ ਪ੍ਰਪੋਰਸ਼ਨ 'ਚ ਦਖਲ ਦੇਣਗੇ। ਤੁਸੀਂ ਸਾਰੇ ਜਾਣਦੇ ਹੋ ਜੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਤੋਂ ਜ਼ਿਆਦਾ ਸਿੱਖ ਹੈ, ਤਾਂ ਕੋਈ ਕਾਰਨ ਨਹੀਂ ਹੈ ਕਿ ਗੁੰਡਾਗਰਦੀ ਵਾਲੇ ਪਾਸੇ ਵੀ ਉਸ ਪ੍ਰਪੋਰਸ਼ਨ 'ਚ ਉਹ ਨਾ ਹੋਣ। ਇਸ ਕਰਕੇ ਜਦੋਂ ਅਸੀਂ ਪ੍ਰਪੋਰਸ਼ਨਲੀ ਦੇਖਦੇ ਹਾਂ ਤਾਂ ਉੱਥੇ ਭਾਵੇਂ ਪੁਲਿਸ ਜਿੰਨੀ ਮਰਜ਼ੀ ਸਖਤ ਹੋਵੇ, ਤਾਂ ਉਸ ਕਿਸਮ ਦੀ ਪ੍ਰਪੋਰਸ਼ਨ ਦੇ ਬੰਦੇ ਉੱਥੇ ਪਹੁੰਚ ਜਾਂਦੇ ਆ। ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਗੈਂਗਸਟਰ ਨੂੰ ਦੇਖਦੇ ਹਾਂ, ਉਹ ਭਾਵੇਂ ਹਿੰਦੁਸਤਾਨ ਦੇ ਵਿੱਚ ਹੋਵੇ ਜਾਂ ਪੰਜਾਬੀ ਜਿਹੜੇ ਬਾਹਰ ਗਏ ਆ ਉੱਥੇ ਹੋਵੇ, ਇਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਈਜ਼ੀ ਮਨੀ ਦੀ, ਆਪਣੀ ਮਸਲ ਪਾਵਰ ਦੀ ਵਰਤੋਂ ਕਰਕੇ। ਉਹਦੇ ਵਿੱਚ ਸਭ ਤੋਂ ਜਿਹੜੀਆਂ ਜ਼ਿਆਦਾ ਪੈਸੇ ਕਮਾਉਣ ਵਾਲੀਆਂ ਚੀਜ਼ਾਂ ਦੋ ਹੀ ਹੁੰਦੀਆਂ, ਠੇਕੇਦਾਰੀ ਨੂੰ ਹਥਿਆਉਣਾ, ਮਾਈਨਿੰਗ ਨੂੰ ਹਥਿਆਉਣਾ, ਜਾਂ ਜ਼ਮੀਨਾਂ ਤੇ ਕਬਜ਼ੇ ਕਰਨੇ। ਇੱਕ ਆਸਪੈਕਟ ਇਹ ਆ ਜਾਂਦਾ ਹੈ। ਦੂਸਰਾ ਆਸਪੈਕਟ ਆ ਜਾਂਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਹਥਿਆਰਾਂ ਦੀ ਸਮਗਲਿੰਗ ਕਰਨੀ, ਨਸ਼ੇ ਦੀ ਸਮਗਲਿੰਗ ਕਰਨੀ। ਇਸ ਕਰਕੇ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਜਿਹੜੇ ਵਿਅਕਤੀ ਈਜ਼ੀ ਮਨੀ ਜਾਂ ਜਲਦੀ ਪੈਸਾ ਕਮਾਉਣਾ ਚਾਹੁੰਦੇ ਆ, ਉਹ ਉਧਰ ਨੂੰ ਚਲੇ ਜਾਂਦੇ ਆ। ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਵਿਅਕਤੀ ਇਸ ਕਾਰਨ ਕਰਕੇ ਉਹ ਇਸ ਰਸਤੇ ਤੇ ਤੁਰ ਪੈਂਦੇ ਆ, ਜਿਹੜਾ ਜਿੱਥੇ ਵੀ ਪੰਜਾਬੀ ਗਏ ਹੈ, ਭਾਵੇਂ ਬਹੁਤ ਸਾਰੇ ਪ੍ਰਦੇਸ਼ਾਂ ਦੇ ਵਿੱਚ ਹਲੇ ਇਸ ਕਿਸਮ ਦੀ ਕੋਈ ਗੱਲ ਦੇਖਣ ਨੂੰ ਨਹੀਂ ਮਿਲਦੀ। ਕੈਨੇਡਾ ਦੀ ਉਦਾਹਰਨ ਹੈ, ਅਮਰੀਕਾ ਦੇ ਵਿੱਚ ਅਜੇ ਇਸ ਕਿਸਮ ਦਾ ਸੁਣਨ ਨੂੰ ਨਹੀਂ ਮਿਲਿਆ, ਇੰਗਲੈਂਡ ਦੇ ਵਿੱਚ ਵੀ ਉਸ ਕਿਸਮ ਦਾ ਨਹੀਂ ਕਲਚਰ ਦੇਖਣ ਨੂੰ ਮਿਲਿਆ। ਅੱਜ ਕੱਲ੍ਹ ਨਿਊਜ਼ੀਲੈਂਡ, ਆਸਟ੍ਰੇਲੀਆ ਅਗਲੇ 2 ਡੈਸਟੀਨੇਸ਼ਨ ਹੈ। ਪਰ ਮੈਨੂੰ ਇਹ ਲੱਗਦਾ ਕਿ ਜੇ ਇਹੀ ਹਾਲਾਤ ਪੰਜਾਬ ਦੇ ਬਣੇ ਰਹੇ ਤਾਂ ਭਵਿੱਖ ਦੇ ਵਿੱਚ ਕੋਈ ਕਾਰਨ ਨਹੀਂ ਹੈ ਕਿ ਉੱਥੇ ਵੀ ਇਸ ਕਿਸਮ ਦੀਆਂ ਖਬਰਾਂ ਨਾ ਆਉਣ ਕਿ ਨਸ਼ਿਆਂ ਦੇ ਨਾਲ ਜੁੜੇ ਹੋਏ ਬੰਦਿਆਂ ਵਿੱਚੋਂ ਪੰਜਾਬੀ ਫੜੇ ਗਏ।
ਕਿਉਂਕਿ ਤੁਹਾਨੂੰ ਪਤਾ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਬਹੁਤ ਸਾਰੇ ਟਵਿੱਟਰ ਹੈਂਡਲ ਜਾਂ ਫੇਸਬੁੱਕ ਦੇ ਜਿਹੜੇ ਅਕਾਊਂਟ ਹੈ ਉਹ ਗੈਂਗਸਟਰ ਦੇ ਫੋਰਨ ਤੋਂ ਆਪਰੇਟ ਹੁੰਦੇ ਹੈ। ਜਦੋਂ ਕਿਤੇ ਕੋਈ ਜ਼ਿੰਮੇਵਾਰੀ ਲਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਅਕਾਊਂਟ ਨੂੰ ਫਲਾਂ ਮੁਲਕ ਤੋਂ ਆਪਰੇਟ ਕੀਤਾ ਜਾ ਰਿਹਾ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਹੁਣ ਅੰਤਰਰਾਸ਼ਟਰੀ ਫਨੋਮਨਾ ਬਣ ਗਿਆ, ਜਿਹੜਾ ਪੰਜਾਬ ਲਈ, ਪੰਜਾਬ ਦੀ ਉਸ ਛਵੀ ਲਈ ਜਿਹੜੀ ਗੁਰੂਆਂ ਵਾਲੀ ਛਵੀ ਸੀ, ਜਿਹੜੀ ਉਹਨਾਂ ਦੀ ਇੱਕ ਧਾਰਮਿਕ ਕਿਸਮ ਦੀ ਛਵੀ ਸੀ, ਜਿਹੜੀ ਇੱਕ ਅਸਾਰੂ ਕਿਸਮ ਦੀ ਪੋਜ਼ਿਟਿਵ ਛਵੀ ਸੀ, ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਤੇ ਪੰਜਾਬੋਂ ਬਾਹਰ ਵੀ ਪੱਗ ਵਾਲੇ ਬੰਦਿਆਂ ਲਈ ਨੁਕਸਾਨ ਕਰ ਰਹੀਆਂ। ਜੀ ਸੰਧੂ ਸਾਹਿਬ, ਇੱਕ ਚੀਜ਼ ਹੋਰ ਹੈ, ਜਿਵੇਂ ਤੁਸੀਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਚੋਣਾਂ ਦੀ ਗੱਲ ਕੀਤੀ ਸੀ। ਪਹਿਲਾਂ ਜਿਹੜੀਆਂ ਚੋਣਾਂ ਹੁੰਦੀਆਂ ਸੀ ਉਸ ਦੇ ਵਿੱਚ ਚੋਣ ਲੜ ਕੇ ਪ੍ਰਧਾਨ ਬਣਦਾ ਸੀ ਕੋਈ ਜਨਰਲ ਸਕੱਤਰ, ਪਰ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਇਲੈਕਸ਼ਨ ਨੇ ਉਹ ਰੁਕੀਆਂ ਹੋਈਆਂ ਨੇ ਵੱਖ-ਵੱਖ ਕਾਲਜਾਂ ਦੀਆਂ, ਯੂਨੀਵਰਸਿਟੀਆਂ ਦੀਆਂ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਦੀ ਵੀ ਭੂਮਿਕਾ, ਕਿਉਂਕਿ ਪਿਛਲੇ ਦਿਨੀ ਇੱਕ ਗੈਂਗਸਟਰ ਜਿਹੜਾ ਆਪਣੇ ਦੋਸਤ ਨੇ ਉਸ ਨੂੰ ਕਤਲ ਕੀਤਾ, ਉਹ ਆਪਣੀਆਂ ਵੀਡੀਓਜ਼ ਦੇ ਵਿੱਚ ਕਹਿੰਦਾ ਕਿ ਮੈਂ ਇਸ ਫੀਲਡ ਦੇ ਵਿੱਚ ਇਸ ਕਾਰਨ ਆ ਕਿਉਂਕਿ ਮੈਂ ਆਪਣਾ ਨਾਮ ਕਮਾਉਣਾ ਚਾਹੁੰਦਾ ਸੀ ਤੇ ਮੈਂ ਚਾਹੁੰਦਾ ਸੀ ਕਿ ਲੋਕ ਜਦੋਂ ਮੈਂ ਰਸਤੇ ਜਾਵਾਂ ਤਾਂ ਮੈਨੂੰ ਪਹਿਚਾਣ ਸਕਣ। ਕਿ ਜਿਹੜੇ ਨੌਜਵਾਨ ਨੇ ਉਹ ਨਾਮ ਕਮਾਉਣ ਦੇ ਲਈ ਵੀ ਇਸ ਦਾ ਕਾਰਨ ਮੰਨਦੇ ਹੋ ਤੁਸੀਂ? ਦੇਖੋ, ਡੈਮੋਕ੍ਰੇਟਿਕ ਇੱਕ ਪ੍ਰੋਸੈਸ ਹੁੰਦਾ ਹੈ ਜਿਹਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਜਿੱਥੇ ਲੋਕਾਂ ਦੀ ਰਾਏ ਨੂੰ ਮਹੱਤਵ ਦਿੱਤਾ ਜਾਂਦਾ ਹੈ। ਜਦੋਂ ਕਿਸੇ ਵੀ ਸਮਾਜ ਦੇ ਵਿੱਚ ਲੋਕ ਰਾਏ ਦਾ ਮਹੱਤਵ ਖਤਮ ਹੋ ਜੇ, ਕੁਝ ਵਿਅਕਤੀ ਹੈ ਜਿਹੜੇ ਉਹ ਸਾਧਨਾ ਤੇ ਅਤੇ ਰਾਜਨੀਤੀ ਤੇ ਸੰਸਥਾਵਾਂ ਤੇ ਕਾਬਜ ਹੋ ਜਾਣ, ਉਹ ਦੂਜਿਆਂ ਲਈ ਜਗ੍ਹਾ ਹੀ ਨਾ ਛੱਡਣ, ਤਾਂ ਉੱਥੇ ਫਿਰ ਕੁਦਰਤੀ ਤੌਰ ਤੇ ਵਰਲਡ ਵਾਈਡ ਫਨੋਮਨਾ ਇਹ ਹੈ ਕਿ ਉੱਥੇ ਕਿਸੇ ਵੀ ਤਰੀਕੇ ਦੀ ਵਾਇਲੈਂਸ ਹੈ ਉਹ ਸ਼ੁਰੂ ਹੋ ਜਾਂਦੀ ਹੈ। ਅਸੀਂ ਆਪਣੇ ਗੁਆਂਢੀ ਰਾਜਾਂ ਦੇ ਵਿੱਚ ਦੇਖੀਏ, ਪਾਕਿਸਤਾਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉੱਥੇ ਇਸ ਕਿਸਮ ਦੇ ਹਾਲਾਤ ਹੈ, ਅਫਗਾਨਿਸਤਾਨ ਦੇ ਵਿੱਚ ਹਾਲਾਤ ਹੈ, ਬਹੁਤ ਸਾਰੇ ਯੂਰਪ ਦੇ ਮੁਲਕਾਂ ਦੇ ਵਿੱਚ ਛੋਟੇ ਛੋਟੇ ਪ੍ਰੈਸ਼ਰ ਗਰੁੱਪ ਬਣੇ ਹੋਏ ਜਿਹੜੇ ਆਪਣਾ ਸੰਘਰਸ਼ ਕਰ ਰਹੇ ਹੈ। ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਕਾਲਜਾਂ ਦੀਆਂ ਜਿਹੜੀਆਂ ਚੋਣਾਂ ਸੀ ਉਹ ਇੱਕ ਡੈਮੋਕ੍ਰੇਟਿਕ ਪ੍ਰੋਸੈਸ ਸੀ। ਉਸ ਪ੍ਰੋਸੈਸ ਦੇ ਵਿੱਚੋਂ ਲੀਡਰ ਅਮਰਜ ਹੁੰਦੇ ਸੀ, ਹੌਲੀ ਹੌਲੀ ਉਹ ਰਾਜਨੀਤੀ ਦੇ ਵਿੱਚ ਆਉਂਦੇ ਸੀ, ਤਾਂ ਉਹਨਾਂ ਵਿਅਕਤੀਆਂ ਵਾਸਤੇ ਇੱਕ ਸਪੇਸ ਬਣ ਜਾਂਦਾ ਸੀ ਕਿ ਅਸੀਂ ਇਸ ਰਸਤੇ ਤੇ ਤੁਰ ਕੇ ਰਾਜਨੀਤੀ ਦੇ ਵਿੱਚ ਐਂਟਰ ਕਰ ਸਕਦੇ ਹਾਂ। ਜੇ ਅਸੀਂ ਉਹ ਸਪੇਸ ਉਹਨਾਂ ਦਾ ਬੰਦ ਕਰਤਾ ਤਾਂ ਫਿਰ ਉਹਨਾਂ ਨੇ ਦੂਸਰਾ ਹੱਲ ਲੱਭਿਆ। 4-5 ਬੰਦੇ ਇਕੱਠੇ ਹੋਏ, ਉਹਨਾਂ ਨੇ ਇੱਕ ਇਸ਼ਤਿਹਾਰ ਛਪਵਾਇਆ, ਇੱਕ ਬੰਦੇ ਦੀ ਸੈਂਟਰ 'ਚ ਫੋਟੋ ਲਾਈ, 4 ਦੀ ਪਾਸੀ ਲਾਈ, ਉਹਨਾਂ ਨੇ ਆਪਣਾ ਇੱਕ ਨਾਮ ਰੱਖਿਆ ਕਿ ਸਾਡਾ ਇਹ ਗਰੁੱਪ ਹੈ, ਇਹ ਸਾਡਾ ਫਲਾਨਾ ਗਰੁੱਪ ਹੈ। ਉਹ ਆਪਣੀ ਤਾਕਤ ਮੁਤਾਬਕ ਆਪਣੀ ਹੋਂਦ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਅਸੀਂ ਨਜ਼ਰਾਂ ਦੇ ਵਿੱਚ ਆਈਏ ਤੇ ਫਿਰ ਉਸ ਦੇ ਵਿੱਚੋਂ ਅਸੀਂ ਰਾਜਨੀਤੀ ਦਾ ਰਾਹ ਲੱਭੀਏ। ਪਰੰਤੂ ਜਿਹੜੇ ਰਾਜਨੀਤੀ ਦੇ ਉੱਪਰਲੇ ਡੰਡੇ ਤੇ ਕਾਬਜ ਬੈਠੇ ਹੋਏ ਬੰਦੇ ਹੈ, ਉਹ ਉਹਨਾਂ ਨੂੰ ਜਦੋਂ ਲੱਗਦਾ ਕਿ ਇਹ ਸਾਡੀ ਲਾਸਟ ਪੌੜੀ ਦੇ ਤੱਕ ਪਹੁੰਚਣ ਵਾਲੇ ਹੈ, ਉਸ ਤੋਂ ਬਾਅਦ ਥੱਲਿਓਂ ਪੌੜੀ ਚੱਕ ਦਿੰਦੇ ਆ। ਤਾਂ ਕੁਦਰਤੀ ਗੱਲ ਇਹ ਹੈ ਕਿ ਜਦੋਂ ਤੁਹਾਡੀਆਂ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਡੈਮੋਕ੍ਰੇਟਿਕ ਜਾਂ ਲੋਕਾਂ ਦੀ ਭਾਗੀਦਾਰੀ ਜਿਵੇਂ ਜਿਵੇਂ ਖਤਮ ਹੋਈ ਜਾਂਦੀ ਹੈ, ਜਿਵੇਂ ਜਿਵੇਂ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਲੋਕਤੰਤਰ ਦੇ ਵਿੱਚ ਘੱਟ ਸੁਣੀ ਜਾਂਦੀ ਹੈ, ਤਾਂ ਉਹਦੇ ਵਿੱਚੋਂ ਵਾਇਲੈਂਸ ਦਾ ਨਿਕਲਣਾ ਕੁਦਰਤੀ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਸਾਡੀਆਂ ਡੈਮੋਕ੍ਰੇਟਿਕ ਸੰਸਥਾਵਾਂ ਲੋਕਲ ਪੱਧਰ ਤੇ, ਰਾਸ਼ਟਰੀ ਪੱਧਰ ਤੇ ਇਸ ਕਿਸਮ ਦਾ ਸਪੇਸ ਨਹੀਂ ਦੇਣਗੀਆਂ ਜਵਾਨੀ ਨੂੰ, ਜਾਂ ਉਸ ਨੂੰ ਕੋਈ ਸਹੀ ਸੇਧ ਨਹੀਂ ਦੇਣਗੀਆਂ, ਤਾਂ ਕੁਦਰਤੀ ਤੌਰ ਤੇ ਜਿਨ੍ਹਾਂ ਨੂੰ ਅਸੀਂ ਗੈਂਗਸਟਰ ਕਹਿੰਦੇ ਆ, ਇਹਨਾਂ ਦੀ ਫਾਰਮ ਕੋਈ ਵੀ ਹੋ ਸਕਦੀ ਹੈ। ਇਸ ਕਿਸਮ ਦੇ ਵਿਦਰੋਹ ਹੈ ਜਿਹੜੇ ਉਹ ਵਿਅਕਤੀਗਤ ਤੌਰ ਤੇ ਜਾਂ ਸਮੂਹਿਕ ਤੌਰ ਤੇ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ। ਜੀ ਸੰਧੂ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਇਹ ਸਨ ਸਾਡੇ ਨਾਲ ਡਾਕਟਰ ਸਤਨਾਮ ਸਿੰਘ ਸੰਧੂ ਜੀ, ਜਿਨ੍ਹਾਂ ਨੇ ਗੈਂਗਸਟਰ ਵਾਰ ਦੇ ਅਹਿਮ ਮੁੱਦੇ ਤੇ ਜਿਹੜੀ ਬਹੁਤ ਖਾਸ ਜਾਣਕਾਰੀ ਹੈ ਸਾਡੇ ਦਰਸ਼ਕਾਂ ਤੱਕ ਪਹੁੰਚਾਈ। ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। ਅਗਲੀ ਵਾਰ ਕਿਸੇ ਹੋਰ ਵਿਸ਼ੇ ਤੇ, ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਰੱਬ ਰਾਖਾ।